Hello everyone, I hope you all are doing fine. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 5th ਕਲਾਸ ਬੁੱਕ ਮਾਈ ਵਰਲਡ ਦਾ 7th ਚੈਪਟਰ ਜਿਹਦਾ ਨਾਮ ਹੈ ਐਨੀਮਲਸ ਫਰੈਂਡਸ ਆਫ ਮੈਨ। ਜਾਨਵਰ ਮਨੁੱਖ ਦੇ ਦੋਸਤ। ਆਓ ਸ਼ੁਰੂ ਕਰੀਏ। ਰਿਲੇਸ਼ਨਸ਼ਿਪ ਆਫ ਐਨੀਮਲਸ ਐਂਡ ਹਿਊਮਨ ਬੀਇੰਗਸ ਇਜ਼ ਵੈਰੀ ਓਲਡ। ਜਾਨਵਰਾਂ ਤੇ ਮਨੁੱਖਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ। Besides enjoying their company, man gets so many gifts from the animals. ਉਹਨਾਂ ਦੀ ਸੰਗਤ ਦਾ ਆਨੰਦ ਮਾਣਨ ਦੇ ਨਾਲ-ਨਾਲ ਮਨੁੱਖਾਂ ਨੂੰ ਪਸ਼ੂਆਂ ਤੋਂ ਅਨੇਕ ਦਾਤਾਂ ਮਿਲਦੀਆਂ ਹਨ, ਚੀਜ਼ਾਂ ਮਿਲਦੀਆਂ ਹਨ। Let us get a detailed information about it. ਆਓ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰੀਏ। Paretas was the name of a pet dog of Alexander the Great, the Emperor of Greece. ਜਿਹੜੇ ਸਿਕੰਦਰ ਸੀ, ਉਹਨਾਂ ਦੇ ਪਾਲਤੂ ਕੁੱਤੇ ਦਾ ਨਾਂ ਸੀ Paretas. Once, Darius III, the king of Persia, attacked Alexander. ਇੱਕ ਵਾਰ Darius III, ਉਹਨਾਂ ਨੇ Alexander ਜਾਂ ਸਿਕੰਦਰ ਉੱਤੇ ਹਮਲਾ ਕੀਤਾ. An elephant was about to crush Alexander during the war when his pet dog, Paretas, jumped upon the elephant to divert its attention and thus saved the life of Alexander the Great. ਤੇ ਹੋਇਆ ਕਿ ਲੜਾਈ ਦੇ ਦੌਰਾਨ ਇੱਕ ਹਾਥੀ ਸਿਕੰਦਰ ਨੂੰ ਕੁਚਲਣ ਵਾਲਾ ਸੀ ਜਦੋਂ ਉਸਦੇ ਪਾਲਤੂ ਕੁੱਤੇ ਨੇ ਹਾਥੀ ਉੱਤੇ ਝਪੱਟਾ ਮਾਰਿਆ। ਉਹਨੇ ਉਹਦੇ ਉੱਤੇ ਛਾਲ ਮਾਰ ਦਿੱਤੀ ਤਾਂ ਜੋ ਉਸਦਾ ਜਿਹੜਾ ਧਿਆਨ ਹੈ ਉਹ ਹਟ ਜਾਏ ਸਿਕੰਦਰ ਤੋਂ। ਤੇ ਇਸ ਤਰ੍ਹਾਂ ਉਸਨੇ ਸਿਕੰਦਰ ਦੀ ਜਾਨ ਵੀ ਬਚਾਈ। Stories of many great people and their love for animals and the faithfulness of animals are world famous. ਬਹੁਤ ਸਾਰੇ ਮਹਾਨ ਲੋਕਾਂ ਦੀਆਂ ਕਹਾਣੀਆਂ ਹੈਗੀਆਂ ਨੇ ਅਤੇ ਉਹਨਾਂ ਨੇ ਜਾਨਵਰਾਂ ਬਾਰੇ ਆਪਣਾ ਪਿਆਰ ਵੀ ਦਰਸਾਇਆ ਤੇ ਜਾਨਵਰਾਂ ਦੀ ਵਫਾਦਾਰੀ ਵੀ ਬਹੁਤ ਪ੍ਰਸਿੱਧ ਹੈਗੀ ਹੈ, ਨਾ ਕੇਵਲ ਦੇਸ਼ ਪਰ ਬਲਕਿ ਪੂਰੇ ਸੰਸਾਰ ਦੇ ਵਿੱਚ। Do you also know any such story? ਕਿ ਤੁਸੀਂ ਵੀ ਅਜਿਹੀ ਕਿਸੇ ਸਟੋਰੀ ਜਾਂ ਕਹਾਣੀ ਬਾਰੇ ਜਾਣਦੇ ਹੋ? Ask any elder member of your family to narrate such story. ਆਪਣੇ ਪਰਿਵਾਰ ਦੇ ਕਿਸੇ ਵੀ ਬਜ਼ੁਰਗ ਨੂੰ ਅਜਿਹੀ ਕਹਾਣੀ ਸੁਣਾਉਣ ਦੇ ਲਈ ਤੁਸੀਂ ਕਹਿ ਸਕਦੇ ਹੋ। Listen from them, write it and then share it with your classmates. ਉਹਨਾਂ ਤੋਂ ਸੁਣੋ, ਇਸ ਨੂੰ ਲਿਖੋ ਅਤੇ ਫਿਰ ਇਸ ਨੂੰ ਆਪਣੇ ਸਹਿਪਾਠੀਆਂ ਜਾਂ ਜਮਾਤ ਦੇ ਬਾਕੀ ਬੱਚਿਆਂ ਦੇ ਨਾਲ ਸਾਂਝਾ ਕਰੋ। ਮੇਰੀ ਕਹਾਣੀ ਜੋ ਮੈਂ ਆਪਣੇ ਵੱਡਿਆਂ ਤੋਂ ਸਿੱਖੀ ਉਹ ਇਹ ਸੀ, The Faithful Dog and His Master, ਵਫਾਦਾਰ ਕੁੱਤਾ ਅਤੇ ਉਸਦਾ ਮਾਲਕ। There lived a farmer with his family in a village. ਇੱਕ ਪਿੰਡ ਵਿੱਚ ਇੱਕ ਕਿਸਾਨ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। The family had a very faithful dog. ਤੇ ਉਹਨਾਂ ਕੋਲ ਇੱਕ ਬਹੁਤ ਵਫਾਦਾਰ ਕੁੱਤਾ ਸੀ। One day the farmer and his wife had to go to the city for some work. ਇੱਕ ਦਿਨ ਕਿਸਾਨ ਅਤੇ ਉਸਦੀ ਪਤਨੀ ਨੂੰ ਕਿਸੇ ਕੰਮ ਲਈ ਸ਼ਹਿਰ ਜਾਣਾ ਪਿਆ। They left their son with the dog. ਉਹ ਆਪਣੇ ਪੁੱਤਰ ਨੂੰ ਉਸ ਪਾਲਤੂ ਕੁੱਤੇ ਕੋਲ ਹੀ ਛੱਡ ਗਏ। In their absence, a wolf came to attack the baby. ਉਹਨਾਂ ਦੀ ਗੈਰ ਮੌਜੂਦਗੀ ਵਿੱਚ ਇੱਕ ਵੁਲਫ ਜਾਂ ਆਪਾਂ ਕਹਿ ਸਕਦੇ ਆ ਬਘਿਆੜ ਬੱਚੇ ਤੇ ਹਮਲਾ ਕਰਨ ਲਈ ਆਇਆ। The dog fought fearlessly and bit the wolf to death. ਕੁੱਤਾ ਬਹੁਤ ਤਰੀਕੇ ਦੇ ਨਾਲ ਤੇ ਬਹੁਤ ਹਿੰਮਤ ਦੇ ਨਾਲ ਉਹਨੇ ਭੇੜੀਏ ਤੇ ਹਮਲਾ ਕੀਤਾ, ਬਘਿਆੜ ਤੇ ਹਮਲਾ ਕੀਤਾ ਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। In the evening, when the couple arrived, the dog had been waiting for them outside the house. ਸ਼ਾਮ ਨੂੰ ਜਦੋਂ ਮਾਤਾ ਪਿਤਾ ਵਾਪਸ ਆਏ ਤਾਂ ਕੁੱਤਾ ਬਾਹਰ ਹੀ ਘਰ ਦੇ ਉਹਨਾਂ ਦੀ ਉਡੀਕ ਕਰ ਰਿਹਾ ਸੀ। He had blood stains all over his face. ਤੇ ਉਸਦੇ ਸਾਰੇ ਚਿਹਰੇ ਤੇ ਖੂਨ ਦੇ ਧੱਬੇ ਸਨ। When the farmer saw this, he killed the dog at once. ਜਦੋਂ ਕਿਸਾਨ ਨੇ ਇਹ ਦੇਖਿਆ ਵੀ ਕੁੱਤੇ ਦੇ ਮੂੰਹ ਤੇ ਖੂਨ ਦੇ ਧੱਬੇ ਹੈਗੇ ਨੇ, ਉਹਨੇ ਬਿਨਾਂ ਸੋਚੇ ਸਮਝੇ ਉਹਨੂੰ ਗੋਲੀ ਮਾਰਤੀ। He was under the impression that the dog had killed their son. ਉਸਨੂੰ ਲੱਗ ਗਿਆ
कि शायद कुत्ते ने उसके पुत्र ਨੂੰ ਮਾਰ ਦਿੱਤਾ ਹੈ। However, when he went inside the house, he saw the wolf lying dead next to his kid. ਹਾਲਾਂਕਿ ਜਦੋਂ ਉਹ ਘਰ ਦੇ ਅੰਦਰ ਗਿਆ ਤਾਂ ਉਸਨੇ ਬਘਿਆੜ ਨੂੰ ਆਪਣੇ ਬੱਚੇ ਦੇ ਕੋਲ ਮਰਿਆ ਹੋਇਆ ਦੇਖਿਆ। He wept bitterly for what he had done. ਉਹ ਆਪਣੇ ਕੀਤੇ ਲਈ ਫੁੱਟ-ਫੁੱਟ ਕੇ ਰੋਇਆ। ਇਸੇ ਲਈ ਕਿਹਾ ਜਾਂਦਾ ਹੈ ਸੋਚ ਸਮਝ ਕੇ ਹੀ ਕੰਮ ਕਰੋ। Dog is kept by humans with love for his faithfulness and watchfulness. ਕੁੱਤੇ ਨੂੰ ਮਨੁੱਖਾਂ ਦੁਆਰਾ ਪਿਆਰ ਨਾਲ ਉਸਦੀ ਵਫਾਦਾਰੀ ਅਤੇ ਚੌਕਸੀ ਲਈ ਰੱਖਿਆ ਜਾਂਦਾ, ਬਹੁਤ ਚੌਕੰਨਾ ਹੁੰਦਾ ਹੈ। Dog can protect a large herd of sheep and goat. ਕੁੱਤਾ ਭੇੜਾਂ ਅਤੇ ਬੱਕਰੀ ਦੇ ਇੱਕ ਵੱਡੇ ਝੁੰਡ ਦੀ ਵੀ ਰੱਖਿਆ ਕਰ ਸਕਦਾ ਹੈ। If any sheep or goat gets separated from the herd, dog encircles it and brings it back. ਜੇਕਰ ਕੋਈ ਭੇਡ ਜਾਂ ਬੱਕਰੀ ਝੁੰਡ ਤੋਂ ਵੱਖ ਹੋ ਜਾਂਦੀ ਹੈ ਤਾਂ ਕੁੱਤਾ ਉਸ ਨੂੰ ਘੇਰ ਲੈਂਦਾ ਹੈ ਅਤੇ ਵਾਪਸ ਝੁੰਡ ਵਿੱਚ ਲੈ ਆਉਂਦਾ ਹੈ। ਜੀ ਹਾਂ, dogs have extraordinary power of hearing and smelling. ਕੁੱਤਿਆਂ ਵਿੱਚ ਸੁਣਨ ਅਤੇ ਸੁੰਘਣ ਦੀ ਜਿਹੜੀ ਸ਼ਕਤੀ ਹੁੰਦੀ ਹੈ ਉਹ ਬਹੁਤ ਵੱਧ ਹੁੰਦੀ ਹੈ। It can smell approximately 40 feet from under the earth. ਇਹ ਲਗਭਗ 40 ਫੁੱਟ ਧਰਤੀ ਦੇ ਹੇਠਾਂ ਤੱਕ ਵੀ ਚੀਜ਼ਾਂ ਸੁੰਘ ਸਕਦਾ ਹੈ। Due to these extraordinary characteristics, police take the help of dogs to catch criminals. ਤੇ ਇਹਨਾਂ ਵਿਸ਼ੇਸ਼ਤਾਵਾਂ ਕਰਕੇ ਹੀ ਪੁਲਿਸ ਅਧਿਕਾਰੀ ਵੀ ਗ੍ਰਿਫਤਾਰ ਕਰਨ ਲਈ ਕਿਸੇ ਵੀ ਮੁਲਜ਼ਮ ਨੂੰ ਕੁੱਤਿਆਂ ਦੀ ਮਦਦ ਲੈਂਦੇ ਹਨ। Dog can recognize the voice, its direction, and the place 4 times better than humans. ਕੁੱਤਾ ਕੀ ਕਰ ਸਕਦਾ ਹੈ? ਮਨੁੱਖਾਂ ਨਾਲੋਂ 4 ਗੁਣਾ ਬਿਹਤਰ ਆਵਾਜ਼, ਦਿਸ਼ਾ ਅਤੇ ਸਥਾਨ ਨੂੰ ਪਛਾਣ ਸਕਦਾ ਹੈ। ਜੀ ਹਾਂ, ਇੰਟਰਸਟਿੰਗ ਫੈਕਟਸ, ਦਿਲਚਸਪ ਗੱਲਾਂ ਇੱਥੇ ਲਿਖਿਆ ਹੈ। Basenji is the world's only hunting dog that can't bark because of the special structure of its throat, but produces a prolonged growl which is called yodeling. ਜਿਹੜਾ ਇਹ ਕੁੱਤਾ ਹੈ ਬੇਸਨਜੀ, ਇਹ ਇਕਲੌਤਾ ਕੁੱਤਾ ਹੈ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਿ ਪਾਕ ਨਹੀਂ ਕਰ ਸਕਦਾ, ਭੌਂਕ ਨਹੀਂ ਸਕਦਾ, ਕਿਉਂਕਿ ਉਹਦੇ ਜਿਹੜੇ ਗਲੇ ਦਾ ਆਕਾਰ ਹੈ, ਢਾਂਚਾ ਕਿਸੇ ਖਾਸ ਤਰੀਕੇ ਦੇ ਨਾਲ ਬਣਿਆ ਹੋਇਆ। ਪਰ ਹਾਲਾਂਕਿ ਇਹ ਭੌਂਕ ਨਹੀਂ ਸਕਦਾ, ਫਿਰ ਵੀ ਇਹ ਇੱਕ ਬਹੁਤ ਲੰਬੀ ਜਿਹੀ ਗੂੰਜ ਕੱਢਦਾ ਹੈ ਜਿਸ ਦੇ ਨਾਲ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ ਤੇ ਉਸ ਗੂੰਜ ਨੂੰ ਆਪਾਂ ਯੋਡਲਿੰਗ ਕਹਿੰਦੇ ਹਾਂ। The first living being sent to space in Russian spacecraft Sputnik in 1957 was a bitch named Laika. ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ, ਉੱਤੇ ਸਪੇਸ ਦੇ ਵਿੱਚ ਹੈ ਨਾ, ਸਭ ਤੋਂ ਪਹਿਲਾਂ ਰਸ਼ੀਆ ਨੇ ਇੱਕ ਸਪੇਸਕ੍ਰਾਫਟ ਸੀ ਜਿਹਨੂੰ ਆਪਾਂ ਕਹਿ ਸਕਦੇ, ਜਿਵੇਂ ਆਪਾਂ ਧਰਤੀ ਤੇ ਬੱਸ ਟ੍ਰੇਨ ਦਾ ਉਪਯੋਗ ਕਰਦੇ ਹਾਂ, ਉਵੇਂ ਹੀ ਉੱਤੇ ਸਪੇਸ ਵਿੱਚ ਜਾਣ ਲਈ ਸਪੇਸਕ੍ਰਾਫਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤੇ 1957 ਦੇ ਵਿੱਚ ਇੱਕ ਬਿਚ ਜਿਹਦਾ ਨਾਂ ਲਾਇਕਾ ਸੀ, ਉਹਨੂੰ ਰਸ਼ੀਆ ਨੇ ਉੱਤੇ ਸਪੇਸ ਦੇ ਵਿੱਚ ਭੇਜਿਆ ਸੀ ਤੇ ਇਹ ਪਹਿਲਾ ਜੀਵਿਤ ਜੀਵ ਸੀ ਜੋ ਉੱਤੇ ਸਪੇਸ ਦੇ ਵਿੱਚ ਭੇਜਿਆ ਗਿਆ ਸੀ। ਇਹ ਹੈ ਬੈਸੈਂਜੀ ਡੌਗ ਜੋ ਬਾਕ ਨਹੀਂ ਕਰ ਸਕਦਾ ਤੇ ਇਹ ਹੈਗੀ ਹੈ ਲਾਇਕਾ ਜਿਹਨੂੰ ਉੱਤੇ ਸਪੇਸ ਦੇ ਵਿੱਚ ਭੇਜਿਆ ਗਿਆ ਸੀ ਰਸ਼ੀਅਨ ਸਪੇਸਕ੍ਰਾਫਟ ਰਾਹੀਂ। First question, what qualities of dog make it man's favorite animal? ਕੁੱਤੇ ਦੇ ਕਿਹੜੇ ਗੁਣ ਇਸ ਨੂੰ ਮਨੁੱਖ ਦਾ ਪਸੰਦੀਦਾ ਜਾਨਵਰ ਬਣਾਉਂਦੇ ਹਨ? Answer ਹੈ dogs are referred to as man's best friend and can be domesticated. ਕੁੱਤਿਆਂ ਨੂੰ ਮਨੁੱਖ ਦਾ ਸਭ ਤੋਂ ਵਧੀਆ ਦੋਸਤ ਮੰਨਿਆ ਜਾਂਦਾ ਹੈ ਤੇ ਉਹਨਾਂ ਨੂੰ ਪਾਲਤੂ ਵੀ ਬਣਾਇਆ ਜਾ ਸਕਦਾ ਹੈ। They are loyal and like being around human beings. ਉਹ ਵਫਾਦਾਰ ਹੁੰਦੇ ਹਨ ਅਤੇ ਮਨੁੱਖਾਂ ਦੇ ਆਲੇ ਦੁਆਲੇ ਰਹਿਣਾ ਉਹਨਾਂ ਨੂੰ ਵੀ ਪਸੰਦ ਹੈ। They are helpful in reducing stress, anxiety and depression. ਇਹ ਤਣਾਅ, ਚਿੰਤਾ ਤੇ ਉਦਾਸੀ ਨੂੰ ਘੱਟ ਕਰਨ ਦੇ ਵਿੱਚ ਵੀ ਮਦਦਗਾਰ ਹੁੰਦੇ ਹਨ। They are very playful and faithful.
ਉਹ ਬਹੁਤ ਚੰਚਲ ਤੇ ਵਫਾਦਾਰ ਹੁੰਦੇ ਹਨ। A dog is intelligent, affectionate, loyal, child-friendly and energetic too. ਜਿਹੜਾ ਕੁੱਤਾ ਹੈ ਉਹ ਬਹੁਤ ਬੁੱਧੀਮਾਨ, ਪਿਆਰਾ, ਵਫਾਦਾਰ, ਬੱਚਿਆਂ ਲਈ ਵੀ ਉਸਦਾ ਬਹੁਤ ਪਿਆਰ ਹੁੰਦਾ ਹੈ ਤੇ ਉਹ ਬਹੁਤ ਜ਼ਿਆਦਾ એનર્ਜੀ ਵੀ ਰੱਖਦਾ ਹੈ ਆਪਣੇ ਵਿੱਚ। ਅਗਲਾ ਕੁਐਸਚਨ ਹੈ ਸੈਕਿੰਡ, what is the name of the first animal sent to space in Russian spacecraft Sputnik? ਪਹਿਲੇ ਉਸ ਜਾਨਵਰ ਦਾ ਨਾਮ ਦੱਸੋ ਜਿਹੜਾ ਕਿ ਰਸ਼ੀਆ ਦੇ ਸਪੇਸਕ੍ਰਾਫਟ ਰਾਹੀਂ ਸਪੇਸ ਦੇ ਵਿੱਚ ਭੇਜਿਆ ਗਿਆ ਸੀ। Laika named Pitch was sent to space in Russian spacecraft Sputnik in 1957. Laika ਨਾਮ ਇੱਕ ਕੁੱਤੀ ਸੀ ਜਿਸ ਨੂੰ ਸਪੇਸ ਦੇ ਵਿੱਚ ਭੇਜਿਆ ਗਿਆ ਸੀ ਰਸ਼ੀਆ ਦੁਆਰਾ 1957 ਦੇ ਵਿੱਚ। ਅੱਗੇ ਹੈ Man and animals have an age-old relationship. ਮਨੁੱਖ ਅਤੇ ਜਾਨਵਰਾਂ ਦਾ ਪੁਰਾਣਾ ਰਿਸ਼ਤਾ ਹੈ। Many animals are reared by man, which help him in different ways. ਬਹੁਤ ਸਾਰੇ ਜਾਨਵਰ ਮਨੁੱਖ ਦੁਆਰਾ ਪਾਲੇ ਜਾਂਦੇ ਹਨ ਜੋ ਉਸ ਨੂੰ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰਦੇ ਹਨ। Goats and sheep are important among the animals which are reared by man for milk and meat. ਬੱਕਰੀਆਂ ਤੇ ਭੇਡਾਂ ਉਹਨਾਂ ਜਾਨਵਰਾਂ ਵਿੱਚੋਂ ਬਹੁਤ ਮਹੱਤਵਪੂਰਨ ਹਨ ਜਿਨ੍ਹਾਂ ਨੂੰ ਮਨੁੱਖ ਦੁੱਧ ਅਤੇ ਆਪਾਂ ਕਹਿ ਸਕਦੇ ਹਾਂ ਮਾਸ ਲਈ ਪਾਲਦਾ ਹੈ। Not only milk, egg and meat, but we also get wool from them. ਨਾ ਕੇਵਲ ਦੁੱਧ, ਅੰਡੇ ਤੇ ਮਾਸ, ਸਗੋਂ ਸਾਨੂੰ ਇਹਨਾਂ ਤੋਂ ਉੱਨ ਵੀ ਮਿਲਦੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਇਹ ਸਾਡੇ ਹੋਰ ਕੰਮ ਵੀ ਆਉਂਦੇ ਹਨ। Do you know which animal gives us wool? ਕੀ ਤੁਸੀਂ ਜਾਣਦੇ ਹੋ ਕਿ ਸਾਨੂੰ ਕਿਹੜਾ ਜਾਨਵਰ wool ਦਿੰਦਾ ਹੈ ਜਾਂ ਉੱਨ ਦਿੰਦਾ ਹੈ? Many people think that we get wool from only sheep. ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸਾਨੂੰ ਸਿਰਫ ਭੇਡਾਂ ਤੋਂ ਉੱਨ ਮਿਲਦੀ ਹੈ। But there are other animals too from which we get wool. ਪਰ ਹੋਰ ਜਾਨਵਰ ਵੀ ਹਨ ਜਿਨ੍ਹਾਂ ਤੋਂ ਸਾਨੂੰ ਉੱਨ ਮਿਲਦੀ ਹੈ। Rabbit. Wool from Angora rabbit has long fiber and is very soft. ਖਰਗੋਸ਼। ਜਿਹੜੀ ਉੱਨ ਸਾਨੂੰ ਅੰਗੋਰਾ ਖਰਗੋਸ਼ ਤੋਂ ਮਿਲਦੀ ਹੈ, ਖਾਸ ਤਰੀਕੇ ਦਾ ਪ੍ਰਕਾਰ ਦਾ ਖਰਗੋਸ਼ ਹੈਗਾ, ਉਹ ਬਹੁਤ ਨਰਮ ਹੁੰਦੀ ਹੈ ਤੇ ਬਹੁਤ ਲੰਬੀ ਹੁੰਦੀ ਹੈ। Camel. Man not only gets wool from camel hair but depends on it for many other reasons. Camel ਹੁੰਦਾ ਹੈ ਊਂਟ। ਮਨੁੱਖ ਨੂੰ ਊਂਟ ਤੋਂ ਉੱਨ ਦੇ ਇਲਾਵਾ ਸਗੋਂ ਹੋਰ ਵੀ ਕਈ ਚੀਜ਼ਾਂ ਮਿਲਦੀਆਂ ਹਨ ਜੋ ਉਸਦੇ ਕੰਮ ਆਉਂਦੀਆਂ ਨੇ। ਅੱਗੇ ਚੱਲਦੇ ਹਾਂ। Do you know that Pashmina wool is obtained from a goat named Pashmina found in Himalayas? ਕੀ ਤੁਸੀਂ ਜਾਣਦੇ ਹੋ ਕਿ ਪਸ਼ਮੀਨਾ ਉੱਨ ਨਾਮ ਦੀ ਬੱਕਰੀ ਤੋਂ ਪਸ਼ਮੀਨਾ ਉੱਨ ਪ੍ਰਾਪਤ ਹੁੰਦੀ ਹੈ ਸਾਨੂੰ, ਜੋ ਕਿ ਹਿਮਾਲਿਆਸ ਦੇ ਵਿੱਚ ਜਾਂ ਫਿਰ ਪਹਾੜਾਂ ਵਿੱਚ ਰਹਿੰਦੀ ਹੈ। ਆ ਦੇਖੋ ਪਸ਼ਮੀਨਾ ਗੋਟ। Have you seen this mark? ਕੀ ਤੁਸੀਂ ਅਜਿਹਾ ਨਿਸ਼ਾਨ ਦੇਖਿਆ ਹੈ? ਬਹੁਤ ਸਾਰੇ ਕੱਪੜਿਆਂ ਤੇ ਲੱਗਿਆ ਹੁੰਦਾ, ਇਹਨੂੰ ਵੂਲ ਮਾਰਕ ਕਹੀਦਾ। This mark depicts the purity of wool. ਇਹ ਨਿਸ਼ਾਨ ਉੱਨ ਦੀ ਸ਼ੁੱਧਤਾ ਨੂੰ ਦਰਸਾਉਂਦਾ ਹੈ। This is known as wool mark. ਇਸ ਨਿਸ਼ਾਨ ਨੂੰ wool mark ਕਰਕੇ ਜਾਣਿਆ ਜਾਂਦਾ ਹੈ। Next time, whenever you buy wool for your family, do not forget to check this mark. ਅਗਲੀ ਵਾਰ ਜਦੋਂ ਵੀ ਤੁਸੀਂ ਆਪਣੇ ਪਰਿਵਾਰ ਲਈ ਉੱਨ ਖਰੀਦਦੇ ਹੋ, ਇਸ ਨਿਸ਼ਾਨ ਨੂੰ ਚੈੱਕ ਕਰਨਾ ਨਾ ਭੁੱਲਿਓ। You can also see the mark given below on the packing of some items. ਅਜਿਹਾ ਨਿਸ਼ਾਨ ਵੀ ਤੁਸੀਂ ਕਈ ਆਈਟਮਾਂ ਦੀ ਪੈਕਿੰਗ ਤੇ ਦੇਖਦੇ ਹੋਗੇ। ਇੱਥੇ ਲਿਖਿਆ ਹੈ egg mark। ਪਹਿਲਾ ਕੁਐਸਚਨ, what does it show? ਇਹ ਕੀ ਦਰਸਾਉਂਦਾ ਹੈ? This is egg mark taken from two words, agricultural marketing. It is a quality certificate used to talk about purity of the product and is necessary to be specified. ਇਹ egg mark ਦਾ ਨਿਸ਼ਾਨ ਹੈ ਜੋ ਦੋ ਸ਼ਬਦਾਂ ਤੋਂ ਬਣਿਆ ਹੈ, agricultural
ਮਾਰਕੀਟਿੰਗ, ਉਸ ਤੋਂ ਇਹ ਸ਼ਬਦ ਲਿਆ ਗਿਆ ਹੈ। ਇਹ ਇੱਕ ਗੁਣਵੱਤਾ ਦਾ ਨਿਸ਼ਾਨ ਹੈਗਾ ਜੋ ਦੱਸਦਾ ਹੈ ਕਿ ਜੋ ਵੀ ਚੀਜ਼ ਅਸੀਂ ਲੈ ਰਹੇ ਹਾਂ ਜਾਂ ਵਰਤ ਰਹੇ ਹਾਂ ਉਹ ਕਿੰਨੀ ਸ਼ੁੱਧ ਹੈਗੀ ਹੈ ਤੇ ਇਸ ਨੂੰ ਲਿਖਣਾ ਜਾਂ ਇਸ ਨੂੰ ਮਾਰਕ ਕਰਨਾ ਜ਼ਰੂਰੀ ਹੁੰਦਾ ਹੈ ਜਾਣਕਾਰੀ ਦੇਣ ਲਈ। ਅਗਲਾ, on what type of items is it used? ਇਹ ਕਿਸ ਕਿਸਮ ਦੀਆਂ ਵਸਤੂਆਂ ਤੇ ਵਰਤਿਆ ਜਾਂਦਾ ਹੈ? It is used in packets of vegetable ghee or oil, spices, ghee, butter, honey, pulses, milk products, rice and wheat products। ਇਹ ਬਹੁਤ ਸਾਰੀਆਂ ਚੀਜ਼ਾਂ ਤੇ ਵਰਤਿਆ ਜਾਂਦਾ ਹੈ ਜਿਵੇਂ ਕਿ ਬਨਸਪਤੀ ਘਿਓ, ਤੇਲ, ਘਿਓ ਆਮ ਜਿਹੜਾ ਮਿਲਦਾ ਹੈ, ਮੱਖਣ, ਸ਼ਹਿਦ, ਦਾਲਾਂ, ਦੁੱਧ ਤੋਂ ਬਣੇ ਪਦਾਰਥ, ਚੌਲ, ਕਣਕ ਅਜਿਹੀਆਂ ਚੀਜ਼ਾਂ ਤੇ ਇਸਤੇਮਾਲ ਕੀਤਾ ਜਾਂਦਾ ਹੈ। आगे है थर्ड क्वेश्चन, मैच द थिंग्स इन कॉलम ए with the marks of purity in column B। A ਵਾਲੀਆਂ ਚੀਜ਼ਾਂ ਨੂੰ B ਦੇ ਨਾਲ ਚਿੰਨ੍ਹਾਂ ਦੇ ਨਾਲ ਉਹਨਾਂ ਦੇ ਮਿਲਾਉਣਾ ਹੈ। things ਚੀਜ਼ਾਂ, marks of purity ਸ਼ੁੱਧਤਾ ਦੇ ਨਿਸ਼ਾਨ। ਗੋਲਡ ਦੇ ਉੱਤੇ ਹੁੰਦਾ ਹੈ, ਇੱਥੇ ਲਿਖ ਦਾਂਗੇ BIS ਮਾਰਕ। ਵੂਲ ਤੇ ਹੁੰਦਾ ਹੈ ਵੂਲ ਮਾਰਕ। ਨੰਬਰ 2, ਇਲੈਕਟ੍ਰੀਕਲ ਅਪਲਾਈਐਂਸਿਸ ਬਿਜਲੀ ਦੇ ਉਪਕਰਨ, ਉਹਨਾਂ ਦੇ ਉੱਤੇ ਹੁੰਦਾ ਹੈ ISI ਮਾਰਕ। ਸਪਾਈਸਿਸ ਦੇ ਉੱਤੇ ਹੁੰਦਾ ਹੈ ਐਗ ਮਾਰਕ। ਮਸਾਲੇ ਕਹਿੰਦੇ ਆ ਸਪਾਈਸਿਸ। ਅੱਗੇ ਚੱਲਦੇ ਹਾਂ। We have learned that animals give many things as gifts to mankind। ਅਸੀਂ ਸਿੱਖਿਆ ਹੈ ਕਿ ਜਾਨਵਰ ਮਨੁੱਖਾਂ ਨੂੰ ਤੋਹਫੇ ਵਜੋਂ ਬਹੁਤ ਸਾਰੀਆਂ ਚੀਜ਼ਾਂ ਦਿੰਦੇ ਹਨ। For example, milk, eggs, meat, leather, wool, etc। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਦੁੱਧ, ਅੰਡੇ, ਮੀਟ, ਚਮੜਾ, ਉੱਨ ਆਦਿ ਚੀਜ਼ਾਂ ਆਪਾਂ ਲੈਂਦੇ ਹੈਗੇ ਆ ਉਹਨਾਂ ਤੋਂ। Selling milk is the main occupation of some people, therefore they rear cattle। ਦੁੱਧ ਵੇਚਣਾ ਕੁਝ ਲੋਕਾਂ ਦਾ ਖਾਸ ਕੰਮ ਹੀ ਹੁੰਦਾ ਹੈ, ਇਸ ਲਈ ਉਹ ਪਸ਼ੂ ਪਾਲਦੇ ਹਨ। ਕੈਟਲ ਦਾ ਮਤਲਬ ਹੈ ਗਾਂ, ਮੱਝ। Have you ever seen Madari's show? ਕੀ ਤੁਸੀਂ ਕਦੇ ਮਦਾਰੀ ਦਾ ਸ਼ੋਅ ਦੇਖਿਆ ਹੈ? Many people depend upon animals for their livelihood, like Madari and snake charmer। ਬਹੁਤ ਸਾਰੇ ਲੋਕ ਜਾਨਵਰਾਂ ਤੇ ਨਿਰਭਰ ਕਰਦੇ ਹਨ ਉਹਨਾਂ ਦੀ ਰੋਜ਼ੀ ਰੋਟੀ ਲਈ, ਜਿਵੇਂ ਮਦਾਰੀ ਹੋ ਗਿਆ ਜਾਂ ਸੱਪ ਨਚਾਉਣ ਵਾਲਾ ਹੋ ਗਿਆ। ਆ ਦੇਖੋ ਦੋਨੋਂ ਬਣੇ ਹੋਏ ਨੇ। Animals become a source of livelihood for them। ਜਾਨਵਰ ਉਹਨਾਂ ਦੇ ਲਈ ਰੋਜ਼ੀ ਰੋਟੀ ਦਾ ਇੱਕ ਸਾਧਨ ਬਣ ਜਾਂਦੇ ਹਨ। ਆ ਰਿਹਾ ਮਦਾਰੀ ਤੇ ਇਹ ਰਿਹਾ ਸਨੇਕ ਚਾਰਮਰ ਜੋ ਫਲੂਟ ਵਜਾ ਕੇ ਸੱਪ ਨੂੰ ਡਾਂਸ ਕਰਵਾਉਂਦਾ ਹੈ। According to law, nowadays no one can capture and keep the wild animals। ਕਾਨੂੰਨ ਦੇ ਅਨੁਸਾਰ ਅੱਜਕੱਲ ਕੋਈ ਵੀ ਜੰਗਲੀ ਜਾਨਵਰਾਂ ਨੂੰ ਫੜ ਕੇ ਨਹੀਂ ਆਪਣੇ ਕੋਲ ਪਾਲਤੂ ਬਣਾ ਸਕਦਾ। This law ensures the safety of wild animals from cruelty। ਇਹ ਕਾਨੂੰਨ ਜੰਗਲੀ ਜਾਨਵਰਾਂ ਦੇ ਨਾਲ ਜਿਹੜੀ ਬੇਰਹਿਮੀ ਕੀਤੀ ਜਾਂਦੀ ਹੈ ਉਹਨਾਂ ਤੋਂ ਉਸਦੀ ਸੁਰੱਖਿਆ ਕਰਦਾ ਹੈ। Animals play an important role in traveling and transportation। ਜਾਨਵਰ ਯਾਤਰਾ ਤੇ ਆਵਾਜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। Till now, you have learned that camel is used for traveling and transportation in the desert। ਹੁਣ ਤੱਕ ਤੁਸੀਂ ਸਿੱਖਿਆ ਹੈ ਕਿ ਰੇਗਿਸਤਾਨ ਜਾਂ ਫਿਰ ਡੈਜ਼ਰਟ ਦੇ ਵਿੱਚ ਊਂਟ ਦੀ ਵਰਤੋਂ ਯਾਤਰਾ ਅਤੇ ਆਵਾਜਾਈ ਲਈ ਕੀਤੀ ਜਾਂਦੀ ਹੈ। In many regions, elephant and bull can be seen transporting things even nowadays। ਬਹੁਤ ਸਾਰੇ ਖੇਤਰਾਂ ਵਿੱਚ ਹਾਥੀ ਅਤੇ ਬਲਦ ਅੱਜ ਕੱਲ ਵੀ ਚੀਜ਼ਾਂ ਨੂੰ ਇੱਧਰ ਉੱਧਰ ਲੈ ਕੇ ਜਾਣ ਲਈ ਇਸਤੇਮਾਲ ਕੀਤੇ ਜਾਂਦੇ ਹਨ। Let us make a list of animals and the reasons for our dependence on them। ਆਓ ਅਸੀਂ ਜਾਨਵਰਾਂ ਦੀ ਸੂਚੀ ਬਣਾਈਏ ਤੇ ਅਸੀਂ ਉਹਨਾਂ ਤੇ ਕਿਵੇਂ ਨਿਰਭਰ ਕਰਦੇ ਹਾਂ ਉਹਦੀ ਵੀ ਗੱਲਬਾਤ ਕਰੀਏ। ਇੱਥੇ ਹੈਗੇ ਨੇ ਰੀਜ਼ਨਸ, ਕਾਰਨ, ਤੇ ਇੱਥੇ ਆਪਾਂ ਲਿਖਨੇ ਨੇ ਐਨੀਮਲਸ ਜੋ ਮੈਂ ਲਿਖਤੇ ਨੇ ਜਾਨਵਰਾਂ ਦੇ ਨਾਮ। ਮਿਲਕ ਦੁੱਧ ਲਈ ਵਰਤੇ ਜਾਂਦੇ ਨੇ ਕਾਓ, ਗੋਟ, ਬਫਲੋ। ਗਾਂ, ਬੱਕਰੀ,
मज, हनी शहद दे लई, हनी बीज शहद वालियां मक्खियां, वूल ऊन दे लई, शीप या रैबिट पेड़ या फिर खरगोश, सिल्क दे लई रेशम जिन्हों आपां कहंदे हां सिल्क वॉर्म्स रेशम दे कीड़े। ਇਹਨੂੰ ਆਪਾਂ ਕਹੀਦਾ ਕੈਰੇਜ, ਜਿਹਦਾ ਮਤਲਬ ਹੁੰਦਾ ਹੈ ਗੱਡੀ। ਗੱਡੀ ਵਜੋਂ ਆਪਾਂ ਇਸਤੇਮਾਲ ਕਰਦੇ ਹਾਂ ਔਕਸ, ਹਾਰਸ, ਡੰਕੀ, ਕੈਮਲ, ਬਲਦ, ਘੋੜਾ, ਗਧਾ, ਊਂਟ। ਸਿਕਿਉਰਿਟੀ ਜਾਂ ਸੁਰੱਖਿਆ ਵਜੋਂ ਡੌਗ ਕੁੱਤਾ। ਐਗਸ ਅੰਡੇ ਲਈ ਆਪਾਂ ਇਸਤੇਮਾਲ ਕਰਦੇ ਹਾਂ ਹੈਨ ਮੁਰਗੀ। ਮੀਟ ਦੇ ਲਈ ਗੋਟ ਜਾਂ ਫਿਰ ਚਿਕਨ, ਬੱਕਰੀ ਜਾਂ ਫਿਰ Murga. We take the help of animals for fulfilling our needs, therefore we keep them. ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਜਾਨਵਰਾਂ ਦੀ ਮਦਦ ਲੈਂਦੇ ਹਾਂ, ਇਸੇ ਲਈ ਉਹਨਾਂ ਨੂੰ ਆਪਣੇ ਕੋਲ ਰੱਖਦੇ ਹਾਂ। We should take good care of their needs like food, water, medicines, etc. ਸਾਨੂੰ ਉਹਨਾਂ ਦੀਆਂ ਲੋੜਾਂ ਜ਼ਰੂਰੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ, ਜਿਵੇਂ ਭੋਜਨ, ਪਾਣੀ, ਦਵਾਈਆਂ ਆਦਿ। Animals are also living beings like us. Pashu bhi sade wang jeevit jeev han. They also suffer from different diseases. Oh vak-vak bimariyan to bhi peerit hunde han. We should consult a veterinary doctor before treating them with medicines. Dawaiyan da ਉਹਨਾਂ ਦਾ ਇਲਾਜ ਕਰਨ ਤੋਂ ਪਹਿਲਾਂ ਸਾਨੂੰ ਵੈਟਰਨਰੀ ਜੋ ਕਿ ਜਾਨਵਰਾਂ ਦੇ ਡਾਕਟਰ ਹੁੰਦੇ ਹਨ ਉਹਨਾਂ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। Fourth question, which animals can be kept at home as pets? ਕਿਹੜੇ ਜਾਨਵਰਾਂ ਨੂੰ ਪਾਲਤੂ ਜਾਨਵਰ ਬਣਾ ਕੇ ਘਰੇ ਰੱਖਿਆ ਜਾ ਸਕਦਾ ਹੈ? Write 5 sentences about anyone. 5 ਵਾਕ ਲਿਖੋ ਕਿਸੇ ਇੱਕ ਬਾਰੇ। Animals that can be kept as pets at home include camel, cat, cow, dog, monkey, goat, goose, hen, horse, pig, rabbit, rooster, sheep and turkey. ਇਹ ਬਹੁਤ ਸਾਰੇ ਜਾਨਵਰ ਹੈਗੇ ਨੇ ਜਿਵੇਂ ਊਂਟ, ਬਿੱਲੀ, ਗਾਂ, ਕੁੱਤਾ, ਬਾਂਦਰ, ਬੱਕਰੀ, ਹੰਸ, ਮੁਰਗੀ, ਘੋੜਾ, ਸੂਰ, ਖਰਗੋਸ਼, ਕੁੱਕੜ, ਪੇੜ ਤੇ ਨਾਲ ਦੀ ਨਾਲ ਆਪਾਂ ਕਹਿ ਸਕਦੇ ਹਾਂ ਟਰਕੀ, ਜਿਨ੍ਹਾਂ ਨੂੰ ਆਪਾਂ ਘਰੇ ਰੱਖ ਸਕਦੇ ਹਾਂ। We can have dogs as pets because ਅਸੀਂ ਕੁੱਤੇ ਨੂੰ ਪਾਲਤੂ ਜਾਨਵਰ ਵਜੋਂ ਰੱਖ ਸਕਦੇ ਹਾਂ। ਕਿਉਂ? ਪਹਿਲਾ, it loves its master and is considered to be man's best friend. ਇਹ ਆਪਣੇ ਮਾਲਕ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਮਨੁੱਖ ਦਾ ਸਭ ਤੋਂ ਵਧੀਆ ਦੋਸਤ ਮੰਨਿਆ ਜਾਂਦਾ ਹੈ। Dogs have good smelling power and can be used to stay safe at home. ਕੁੱਤਿਆਂ ਦੀ ਸੁੰਘਣ ਦੀ ਸ਼ਕਤੀ ਵਧੀਆ ਹੁੰਦੀ ਹੈ ਅਤੇ ਇਹਨਾਂ ਦੀ ਵਰਤੋਂ ਘਰ ਦੀ ਰਾਖੀ ਲਈ ਵੀ ਕੀਤੀ ਜਾ ਸਕਦੀ ਹੈ। Dogs are very playful and help reduce stress, anxiety and depression. ਕੁੱਤੇ ਬਹੁਤ ਵਧੀਆ ਜਾਨਵਰ ਇਸ ਲਈ ਹੁੰਦੇ ਨੇ ਕਿਉਂਕਿ ਉਹਨਾਂ ਦੇ ਨਾਲ ਆਪਾਂ ਜ਼ਿਆਦਾ ਦੇਰ ਤੱਕ ਖੇਡ ਵੀ ਸਕਦੇ ਹਾਂ ਤੇ ਉਹ ਤਣਾਅ, ਚਿੰਤਾ ਤੇ ਉਦਾਸੀ ਵੀ ਘਟਾਉਣ ਵਿੱਚ ਮਦਦ ਕਰਦੇ ਹਨ। They are very loyal. ਉਹ ਬਹੁਤ ਵਫਾਦਾਰ ਹੁੰਦੇ ਹਨ। They can even improve human beings' cardiovascular health. ਉਹ ਮਨੁੱਖ ਦੀ ਕਾਰਡੀਓਵੈਸਕੂਲਰ ਦਿਲ ਦੀ ਕੋਈ ਬਿਮਾਰੀ ਜਾਂ ਕੋਈ ਹੋਰ ਬਿਮਾਰੀ ਸਰੀਰ ਦੇ ਵਿੱਚ ਉਸ ਨੂੰ ਵੀ ਘਟਾ ਦਿੰਦੇ ਨੇ। They can also sniff medical problems and warn well in time. ਉਹ ਪਹਿਲਾਂ ਹੀ ਸੁੰਘ ਸਕਦੇ ਨੇ, ਮਹਿਸੂਸ ਕਰ ਸਕਦੇ ਨੇ ਤੇ ਨਾਲ ਦੀ ਨਾਲ ਚੇਤਾਵਨੀ ਦੇ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਵਿਪਤਾ ਲੱਗਦੀ ਹੈ ਜਾਂ ਕੋਈ ਬਿਮਾਰੀ ਮਹਿਸੂਸ ਹੁੰਦੀ ਹੈ ਕਿਸੇ ਵਿੱਚ। Fifth question, which animals give us wool besides sheep? ਭੇਡਾਂ ਤੋਂ ਇਲਾਵਾ ਕਿਹੜੇ ਜਾਨਵਰ ਸਾਨੂੰ ਉੱਨ ਦਿੰਦੇ ਹਨ? Animals that provide wool include Angora rabbit, camel and Pashmina goat. We have read that animals are the best friends and faithful companions of man. ਅਸੀਂ ਪੜ੍ਹਿਆ ਹੈ ਕਿ ਜਾਨਵਰ ਮਨੁੱਖ ਦੇ ਸਭ ਤੋਂ ਚੰਗੇ ਦੋਸਤ ਤੇ ਵਫਾਦਾਰ ਸਾਥੀ ਹੁੰਦੇ ਹਨ। They provide us many things as gift. ਉਹ ਸਾਨੂੰ ਤੋਹਫੇ ਵਜੋਂ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਨ। They not only provide things but also beautify our environment with their sweet voices and attractive appearances. ਉਹ ਨਾ ਸਿਰਫ ਚੀਜ਼ਾਂ ਦਿੰਦੇ ਨੇ ਬਲਕਿ ਆਪਣੀ
ਮਿੱਠੀ ਆਵਾਜ਼ ਦੇ ਆਕਰਸ਼ਕ ਜਿਸ ਤਰੀਕੇ ਨਾਲ ਉਹ ਦਿਖਦੇ ਹਨ, ਦਿਖਣ ਨਾਲ ਸਾਡੇ ਵਾਤਾਵਰਣ ਨੂੰ ਵੀ ਸੁੰਦਰ ਬਣਾ ਦਿੰਦੇ ਹਨ। ਅੱਗੇ ਹੈ ਥਿੰਗਸ ਟੂ ਰਿਮੈਂਬਰ, ਯਾਦ ਰੱਖਣ ਵਾਲੀਆਂ ਗੱਲਾਂ। ਸਭ ਤੋਂ ਪਹਿਲਾ, ਡੌਗ ਕੈਨ ਪ੍ਰੋਟੈਕਟ ਲਾਰਜ ਹਰਡ ਆਫ ਸ਼ੀਪ ਐਂਡ ਗੋਟ। ਕੁੱਤਾ ਭੇਡਾਂ ਅਤੇ ਬੱਕਰੀਆਂ ਦੇ ਵੱਡੇ ਝੁੰਡ ਦੀ ਰੱਖਿਆ ਕਰ ਸਕਦਾ ਹੈ। The first living being sent to space was a bitch named Laika. ਸਭ ਤੋਂ ਪਹਿਲੇ ਜੀਵਿਤ ਚੀਜ਼ ਜਿਹਦੀ ਉੱਤੇ ਸਪੇਸ ਦੇ ਵਿੱਚ ਭੇਜੀ ਗਈ ਸੀ, ਉਹਦਾ ਨਾਂ ਸੀ ਲਾਇਕਾ। Wool from Angora rabbit is very soft. ਅੰਗੋਰਾ ਖਰਗੋਸ਼ ਤੋਂ ਉਨ ਜਿਹੜੀ ਪ੍ਰਾਪਤ ਹੁੰਦੀ ਹੈ ਉਹ ਬਹੁਤ ਨਰਮ ਹੁੰਦੀ ਹੈ। Pashmina wool is obtained from the goat named Pashmina found in Himalayas. ਪਸ਼ਮੀਨਾ ਉਨ ਹਿਮਾਲਿਆ ਵਿੱਚ ਪਾਈ ਜਾਂਦੀ ਪਸ਼ਮੀਨਾ ਨਾਮ ਦੀ ਬੱਕਰੀ ਤੋਂ ਪ੍ਰਾਪਤ ਹੁੰਦੀ ਹੈ। According to law, it is prohibited to capture or keep the wild animals. ਕਾਨੂੰਨ ਅਨੁਸਾਰ ਜੰਗਲੀ ਜਾਨਵਰਾਂ ਨੂੰ ਫੜਨਾ ਅਤੇ ਰੱਖਣਾ ਉਸਦੀ ਮਨਾਹੀ ਹੈ। Fill in the blanks. ਇੱਥੇ ਕੁਝ ਵਰਡਸ ਦਿੱਤੇ ਹੋਏ ਨੇ ਜਿਵੇਂ ਅੰਗੋਰਾ, ਵੂਲ, ਉਨ, ਹੰਟਰਸ ਸ਼ਿਕਾਰੀ, ਐਨੀਮਲਸ ਜਾਨਵਰ, 40। ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ, ਸਨੇਕ ਚਾਰਮਰ ਐਂਡ ਮਦਾਰੀ ਡਿਪੈਂਡ ਔਨ ਡੈਸ਼ ਫॉर देयर ਲਾਈਵਲੀਹੁੱਡ। ਐਨੀਮਲਸ, ਸੱਪ ਜਿਹੜੇ ਨਚਾਉਂਦੇ ਨੇ ਤੇ ਜਿਹੜੇ ਮਦਾਰੀ ਹੁੰਦੇ ਨੇ ਉਹ ਜਾਨਵਰਾਂ ਤੇ ਨਿਰਭਰ ਕਰਦੇ ਨੇ ਆਪਣੀ ਰੋਜ਼ੀ ਰੋਟੀ ਲਈ। ਸੈਕਿੰਡ, ਕਿਲਰਸ ਆਫ ਐਨੀਮਲਸ ਆਰ ਕਾਲਡ ਹੰਟਰਸ। ਜਾਨਵਰਾਂ ਨੂੰ ਮਾਰਨ ਵਾਲੇ ਇਨਸਾਨਾਂ ਨੂੰ ਹੰਟਰਸ ਕਿਹਾ ਜਾਂਦਾ ਹੈ ਜਾਂ ਸ਼ਿਕਾਰੀ। A dog can smell approximately dash feet from under the earth. 30 feet. ਇੱਕ ਕੁੱਤਾ ਧਰਤੀ ਦੇ ਹੇਠਾਂ ਲਗਭਗ 40 ਫੁੱਟ ਤੱਕ ਸੂੰਘ ਸਕਦਾ ਹੈ। Fourth, wool extracted from dash rabbit is very soft. Angora. अंगोरा खरगोश तो मिली ऊन बहुत नरम हुंदी है। Fifth, wool mark depicts the purity of wool. Wool mark ऊन दी शुद्धता दर्शाਉਂਦਾ है। Seventh question, what is the role of animals in transportation and traveling? ਆਵਾਜਾਈ ਅਤੇ ਯਾਤਰਾ ਵਿੱਚ ਜਾਨਵਰਾਂ ਦੀ ਕੀ ਭੂਮਿਕਾ ਹੈ? Answer है, many animals play an important role in transportation and lifting of goods to short distances. ਬਹੁਤ ਸਾਰੇ ਜਾਨਵਰ ਥੋੜੀ ਦੂਰ ਤੱਕ ਸਮਾਨ ਢੋਣ ਦੇ ਕੰਮ ਆਉਂਦੇ ਨੇ ਤੇ ਉਸ ਨੂੰ ਚੱਕਣ ਦੇ ਵੀ ਕੰਮ ਆਉਂਦੇ ਨੇ। These animals are good with their physical strength and include horse, ox, camel and elephant. ਇਹ ਜਾਨਵਰ ਆਪਣੀ ਸਰੀਰਕ ਤਾਕਤ ਦੇ ਨਾਲ ਬਹੁਤ ਵਧੀਆ ਹੁੰਦੇ ਨੇ, ਚੰਗੇ ਹੁੰਦੇ ਨੇ ਅਤੇ ਇਸ ਵਿੱਚ ਆਉਂਦੇ ਨੇ ਜਿਹੜੇ ਜਾਨਵਰ ਉਹ ਹੈਗੇ ਨੇ ਘੋੜਾ, ਆਪਾਂ ਕਹਿ ਸਕਦੇ ਹਾਂ ox, ਊਂਟ ਜਾਂ ਹਾਥੀ। Horse cart and ox cart are the vehicles used with animals for transportation. ਘੋੜੇ ਵਾਲੀ ਗੱਡੀ ਜਾਂ ਫਿਰ ਬਲਦ ਦੀ ਗੱਡੀ ਜਿਹੜੀ ਹੁੰਦੀ ਹੈ ਉਹ ਵਾਹਨ ਹਨ ਜੋ ਜਾਨਵਰਾਂ ਦੇ ਨਾਲ ਆਵਾਜਾਈ ਲਈ ਵਰਤੇ ਜਾਂਦੇ ਹਨ। 8th question, what needs of animals should we take care of? ਜਾਨਵਰਾਂ ਦੀ ਕਿਹੜੀਆਂ ਜ਼ਰੂਰਤਾਂ ਹੈਗੀਆਂ ਨੇ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ? We as humans need to take care of every animal and cater to all types of their needs. ਸਾਨੂੰ ਮਨੁੱਖ ਹੋਣ ਦੇ ਨਾਤੇ ਹਰ ਜਾਨਵਰ ਦੀ ਦੇਖਭਾਲ ਕਰਨੀ ਚਾਹੀਦੀ ਹੈ ਤੇ ਉਹਨਾਂ ਦੀਆਂ ਹਰ ਕਿਸਮ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਲੋੜ ਹੈ। We should provide a good living space, food, water, medicines and injections to them. ਸਾਨੂੰ ਉਹਨਾਂ ਨੂੰ ਰਹਿਣ ਲਈ ਚੰਗੀ ਥਾਂ, ਭੋਜਨ, ਪਾਣੀ, ਦਵਾਈਆਂ ਤੇ ਟੀਕੇ ਆਦਿ ਦਾ ਵੀ ਇੰਤਜ਼ਾਮ ਕਰਨਾ ਚਾਹੀਦਾ ਹੈ ਜੇ ਉਹਨਾਂ ਨੂੰ ਚਾਹੀਦੀ ਹੋਏ ਇਹ ਸਭ ਚੀਜ਼ਾਂ। It is also important to provide a safe living environment where they are protected from hot, cold and rainy season. ਤੇ ਇਹ ਬਹੁਤ ਜ਼ਰੂਰੀ ਹੈ ਵੀ ਉਹਨਾਂ ਨੂੰ ਇੱਕ ਸਾਫ਼ ਸੁਥਰੀ ਥਾਂ ਵੀ ਦੇਣੀ ਚਾਹੀਦੀ ਹੈ ਜਿੱਥੇ ਉਹ ਸੁਰੱਖਿਅਤ ਮਹਿਸੂਸ ਕਰਨ ਆਪਣੇ ਆਪ ਨੂੰ ਤੇ ਉਹ ਗਰਮ, ਠੰਡੇ ਅਤੇ ਬਰਸਾਤ ਦੇ ਮੌਸਮ ਤੋਂ ਵੀ ਸੁਰੱਖਿਅਤ ਰਹਿਣ। 9th question, why are laws made for the protection of animals? ਕਿਉਂ ਕਾਨੂੰਨ ਬਣਾਏ ਜਾਂਦੇ ਹਨ ਜਾਨਵਰਾਂ ਦੀ ਸੁਰੱਖਿਆ ਲਈ? Animals are also living beings who have a legal status to be protected. ਜਾਨਵਰ ਵੀ ਜੀਵਤ ਜੀਵ ਹਨ ਜਿਨ੍ਹਾਂ ਦੀ ਸੁਰੱਖਿਆ ਇੱਕ ਕਾਨੂੰਨ ਅਧਿਕਾਰ ਹੈ ਉਹਨਾਂ ਦਾ। If we don't have laws for their protection,
people will kill them for their own benefit. ਜੇਕਰ ਸਾਡੇ ਕੋਲ ਉਹਨਾਂ ਦੀ ਸੁਰੱਖਿਆ ਲਈ ਕਾਨੂੰਨ ਨਹੀਂ ਹੋਣਗੇ ਤਾਂ ਲੋਕ ਆਪਣੇ ਫਾਇਦੇ ਲਈ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦੇਣਗੇ. Unnecessary killing of animals can cause an imbalance in the environment. ਤੇ ਜਾਨਵਰਾਂ ਦੀ ਬੇਲੋੜੀ ਹੱਤਿਆ, ਬਹੁਤ ਜ਼ਿਆਦਾ ਜਦ ਹੱਤਿਆ ਹੋ ਜਾਏਗੀ ਵਾਤਾਵਰਣ ਦੇ ਵਿੱਚ ਅਸੰਤੁਲਨ ਦਾ ਕਾਰਨ ਬਣ ਸਕਦਾ ਹੈ. The food chain also gets affected. ਜਿਹੜੀ food chain ਹੈਗੀ ਹੈ ਉਹ ਵੀ ਅਸਰ ਹੋ ਜਾਏਗੀ and ultimately life may come to an end on earth. ਤੇ ਅਖੀਰ ਵਿੱਚ ਅੰਤ ਵਿੱਚ ਧਰਤੀ ਉੱਤੇ ਜੀਵਨ ਦਾ ਵੀ ਅੰਤ ਹੋ ਸਕਦਾ ਹੈ. ਠੀਕ ਹੈ ਬੱਚਿਓ, ਇਹ ਸੀ ਅੱਜ ਦੀ ਕਲਾਸ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਏਗੀ. ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ. ਤਦ ਤੱਕ ਟੇਕ ਕੇਅਰ, ਬਾਏ ਬਾਏ.